नमस्कार सत श्री अकाल जी। तुसीं देख रहे हो देश तो विदेश। मैं रिकी डोगरा एक बार फिर इस प्रोग्राम के हाजिर हाँ, लेके आया इस बारी कैनेडा की नई अपडेट। इस बार फिर मेरे नाल बैठे हैं डॉक्टर रविगर पायनियर इमीग्रेशन तो, जो कि CICC मैंबर ने कैनेडा के मंजूरशुदा जिन्होंने कहने आप कि मैंबर ने। सर की कहना चाहोगे, क्योंकि तुहाडे सैमीनार भी है आने वाले टाइम से, सब तो पहले स्वागत है वो स्टूडेंट लिए की अपडेट है कैनेडा तो। रिकी जी स्वागत करने लिए बहुत बहुत धन्यवाद ते सारे दर्शकों को मेरी प्यार भरी सत श्री अकाल। सर अपडेट कैनेडा तो तुसी हुणे लेटेस्ट वापस भी आए हो, क्योंकि विच साडी जिहड़ी है गलबात जिहड़ी आपां करदे भी रहंदे आ वो स्टूडेंट नूं तुसी अपडेट करदे हो बेसिकली। सैमीनार तुसी हुणे करके हटे हो, अगे आने वाले टाइम 'ਚ सैमीनार हैगे ने, जिवें कि मैं देख रहा 6 जुलाई ਨੂੰ ਤੁਹਾਡਾ ਜਲੰਧਰ ਦੇ ਵਿੱਚ ਸੈਮੀਨਾਰ ਹੈ, 7 ਨੂੰ ਬਰਨਾਲਾ ਦੇ ਵਿੱਚ ਸੈਮੀਨਾਰ ਹੈ, 8 ਦੀ ਜੇ ਗੱਲ ਕਰਾਂ ਮੈਂ ਤਾਂ ਬਠਿੰਡਾ ਦੇ ਵਿੱਚ ਸੈਮੀਨਾਰ ਹੈ ਤੁਹਾਡਾ, 10 ਨੂੰ ਚੰਡੀਗੜ੍ਹ ਦੇ ਵਿੱਚ ਅਰੋਮਾ ਹੋਟਲ ਦੇ ਵਿੱਚ ਸੈਮੀਨਾਰ ਹੈ ਪਾਇਨੀਅਰ ਇਮੀਗ੍ਰੇਸ਼ਨ ਦਾ। ਕੀ ਅਪਡੇਟ ਕੀ ਹੈ ਸੈਮੀਨਾਰ ਦੇ ਵਿੱਚ, ਤੁਸੀਂ ਕੀ ਸਟੂਡੈਂਟ ਨੂੰ ਜਿਹੜਾ ਨਵਾਂ ਲੈ ਕੇ ਆਏ ਹੋ? ਰਿਕੀ ਜੀ ਜਿਹੜੀ ਤੁਸੀਂ ਸੈਮੀਨਾਰ ਦੀ ਗੱਲ ਕੀਤੀ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਭੈਣਾਂ ਭਰਾਵਾਂ ਦਾ ਬੱਚਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਹੈਗਾ। ਰੀਸੈਂਟਲੀ ਮੋਗਾ, ਫਿਰੋਜ਼ਪੁਰ, ਅੰਮ੍ਰਿਤਸਰ ਸਾਹਿਬ ਔਰ ਲੁਧਿਆਣਾ ਦੇ ਵਿੱਚ ਸੈਮੀਨਾਰ ਪਾਇਨੀਅਰ ਇਮੀਗ੍ਰੇਸ਼ਨ ਦੇ ਹੋ ਕੇ ਹਟੇ ਨੇ। ਮੈਂ ਖੁਦ ਉੱਥੇ ਸੈਮੀਨਾਰ ਵਿੱਚ ਸੀਗਾ ਔਰ ਸਟੂਡੈਂਟਸ ਨੂੰ, ਪੇਰੈਂਟਸ ਨੂੰ ਮਿਲਿਆ। ਬਹੁਤ ਦੂਰੋਂ ਦੂਰੋਂ ਇੱਕ ਸਟੂਡੈਂਟ ਆਇਆ UP ਤੋਂ, ਤਕਰੀਬਨ 10-12 ਘੰਟੇ ਦਾ ਸਫ਼ਰ ਕਰਕੇ, ਇੱਕ ਹਰਿਆਣਾ ਤੋਂ, ਕਰਨਾਲ ਤੋਂ 6-7-8 ਘੰਟੇ ਦਾ ਸਫ਼ਰ ਕਰਕੇ ਕਾਫੀ ਦੂਰੋਂ ਦੂਰੋਂ ਆਉਂਦੇ ਨੇ ਮਿਲਣ ਵਾਸਤੇ, ਬਹੁਤ ਮਾਣ ਇੱਜ਼ਤ ਦਿੰਦੇ ਨੇ। ਲੇਕਿਨ ਆਫ ਕੋਰਸ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ 2003 ਤੋਂ 100% ਓਨੈਸਟੀ, ਟਰਾਂਸਪੇਰੈਂਸੀ ਔਰ ਐਕਸਪਰਟੀਜ਼ ਤਾਂ ਹੈ ਹੀ। ਜਿਸ ਤਰ੍ਹਾਂ ਤੁਸੀਂ ਦੱਸਿਆ CICC ਮੈਂਬਰ ਨੇ, ਕੈਨੇਡਾ ਅੰਬੈਸੀ, ਕੈਨੇਡਾ ਗੌਰਮੈਂਟ ਤੋਂ ਮਨਜ਼ੂਰਸ਼ੁਦਾ ਕੈਨੇਡਾ ਅੰਬੈਸੀ ਦੀ ਵੈਬਸਾਈਟ ਦੇ ਨਾਮ, ਔਰ 2003 ਤੋਂ ਖਾਸ ਤੌਰ 'ਤੇ ਕੈਨੇਡਾ ਦਾ ਸਟੂਡੈਂਟ ਵੀਜ਼ਾ ਔਰ ਉਸ ਦੇ ਨਾਲ ਐਸੋਸੀਏਟਡ ਜਿਹੜੇ ਨੇ ਪੇਰੈਂਟਸ ਦਾ ਸੁਪਰ ਵੀਜ਼ਾ, ਪੇਰੈਂਟਸ ਗ੍ਰੈਂਡ ਪੇਰੈਂਟਸ ਦਾ ਔਰ ਵਿਜ਼ਿਟਰ ਵੀਜ਼ਾ। ਸਟੂਡੈਂਟਸ ਉੱਥੇ ਜਾਂਦੇ ਨੇ, ਉਹ ਕੈਨੇਡਾ ਦੇ ਵਿੱਚ 2 ਆਫਿਸਿਸ ਉਹਨਾਂ ਦੀ ਕੇਅਰ ਕਰਨ ਵਾਸਤੇ, ਔਰ ਉੱਥੇ ਸਟੱਡੀ ਪਰਮਿਟ, ਐਕਸਟੈਂਸ਼ਨ, ਪੋਸਟ ਗ੍ਰੈਜੂਏਟ ਵਰਕ ਪਰਮਿਟ, PR ਦੀ ਫਾਈਲਸ, ਇਹ ਸਾਰਾ ਕੁਝ ਕਰਦੇ ਆਏ ਹੈਗੇ। ਲੇਕਿਨ ਬਹੁਤ ਬਹੁਤ ਧੰਨਵਾਦ ਇੰਨਾ ਮਾਣ ਵਾਸਤੇ। ਔਰ ਅਪਡੇਟ ਦੇ ਵਿੱਚ ਇਹ ਕਿ ਇੱਕ ਚੰਗੀ ਖਬਰ ਪਹਿਲਾਂ ਵੀ ਗੱਲ ਹੋਈ ਸੀਗੀ ਕਿ ਜੁਲਾਈ ਮਿਡ ਦੇ ਵਿੱਚ ਜਿਹੜਾ ਸਟੱਡੀ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਨ੍ਹਾਂ ਦਾ ਖਤਮ ਹੋ ਗਿਆ ਜੀ, 31 ਜਨਵਰੀ ਤੋਂ ਲੈ ਕੇ ਉਸ ਤੋਂ ਬਾਅਦ 31 ਦਸੰਬਰ ਤੱਕ ਜਿਹੜਾ ਹੈਗਾ ਉਹ ਖਤਮ ਹੋਏਗਾ। ਤੇ ਉਹਨਾਂ ਦਾ ਜਿਹੜਾ ਹੈ ਜੁਲਾਈ ਮਿਡ ਦੇ ਵਿੱਚ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਾ ਜਿਹੜਾ ਹੈ 1.5 ਸਾਲ ਦੀ ਹੋਰ ਅਪ ਟੂ 1.5 ਈਅਰ ਦੀ ਐਕਸਟੈਂਸ਼ਨ ਕਹਿ ਸਕਦੇ ਆਪਾਂ ਜਿਹਨੂੰ, ਐਕਸਟੈਂਸ਼ਨ ਮਿਲ ਜਾਏਗੀ ਕਰੋਨਾ ਦੇ ਕਰਕੇ ਜੀ। ਸੋ ਇਹ ਇੱਕ ਬੜੀ ਅੱਛੀ ਚੀਜ਼ ਹੈਗੀ ਆ ਉਹਨਾਂ ਨੂੰ, ਕਿਉਂਕਿ ਕਰੋਨਾ ਦੇ ਵਿੱਚ ਜਿਨ੍ਹਾਂ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਆਇਆ ਔਰ ਐਕਸਪਾਇਰ ਹੋ ਗਿਆ ਜਾਂ ਹੋਣ ਵਾਲਾ ਹੈਗਾ, ਤੇ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਜੌਬਸ ਕਰਨ ਦਾ ਜਾਂ ਐਕਸਪੀਰੀਅੰਸ ਲੈਣ ਦਾ ਔਰ PR ਅਪਲਾਈ ਕਰਨ ਦਾ। ਉਹਨਾਂ ਨੂੰ ਇੱਕ ਹੋਰ ਮੌਕਾ ਜਿਹੜਾ ਕਰੋਨਾ ਕਰਕੇ ਦਿੱਤਾ ਜਾਏਗਾ। ਕੈਨੇਡਾ ਗੌਰਮੈਂਟ, ਕੈਨੇਡਾ ਅੰਬੈਸੀ ਦੀ ਇੱਕ ਹੋਰ ਜਿਹੜੀ ਹੈ ਦਿਲ ਖੁੱਲ੍ਹੇ ਹੋਣ ਦੀ ਜਿਹੜੀ ਆ ਪ੍ਰੂਫ ਹੈਗਾ, ਹੋਰ ਬੜੀ ਸਾਰੀਆਂ ਫੈਸਿਲਿਟੀਜ਼ ਦਿੰਦੀ ਪਈ ਹੈ। TR to PR ਜਿਹੜੀ ਹੈਗੀ ਹੈ, ਟੈਂਪਰੇਰੀ ਰੈਜ਼ੀਡੈਂਸ ਟੂ PR ਜਿਹੜੀ ਪਰਮਾਨੈਂਟ ਰੈਜ਼ੀਡੈਂਸ, ਕਰੋਨਾ ਦੇ ਵਿੱਚ ਪਬਲਿਕ ਪੋਲਿਸੀ ਦੇ ਅੰਡਰ ਕਾਫੀ ਸਾਰੀ ਇਸ ਤਰ੍ਹਾਂ ਦੀ ਪਾਲਿਸੀਆਂ ਦੇ ਨਾਲ ਉਹਨਾਂ ਨੇ ਸਟੂਡੈਂਟਸ ਨੂੰ ਪੱਕੇ ਕੀਤਾ ਸੀਗਾ। ਹੁਣ ਜਿਹੜਾ ਹੈਗਾ ਦੁਬਾਰਾ ਇਸ ਤਰ੍ਹਾਂ TR to PR ਦੀ ਜਿਹੜੀ ਪਬਲਿਕ ਪਾਲਿਸੀ ਜਿਹੜੀ ਸਤੰਬਰ ਦੇ ਵਿੱਚ ਐਕਸਪੈਕਟਡ ਹੈਗੀ ਹੈ, ਆ ਜਾਏਗੀ ਮਤਲਬ ਜੀ। ਇੱਥੇ ਨਾਲ ਹੀ ਇੱਕ ਵਾਰੀ ਮੈਂ ਦਿਖਾਉਣਾ ਚਾਹਾਂਗਾ ਦਰਸ਼ਕਾਂ ਨੂੰ ਕਿ CICC ਦੀ ਇੱਕ ਵੀਡੀਓ ਤੁਸੀਂ ਆਪਣੀ ਸਕਰੀਨ ਦੇ ਉੱਪਰ ਹੁਣ ਦੇਖ ਸਕਦੇ ਹੋ। ਤਾਇਆ ਸਤਿ ਸ਼੍ਰੀ ਅਕਾਲ। ਹੋਰ ਚਾਚਾ ਕੀ ਹਾਲ ਚਾਲ ਹੈ? ਕੀ ਗੱਲ ਚਾਚਾ, ਤੁਸੀਂ ਸਾਰੇ ਉਦਾਸ ਬੈਠੇ ਹੋ? ਕੀ ਦੱਸਾਂ, ਤਜਿੰਦਰ ਦਾ ਏਜੰਟ ਪੈਸੇ ਲੈ ਕੇ ਭੱਜ ਗਿਆ। ਪਰ ਤਜਿੰਦਰ ਤਾਂ ਪੜ੍ਹਿਆ ਲਿਖਿਆ ਮੁੰਡਾ, ਉਹ ਤੋਂ ਇਹ ਗਲਤੀ ਕਿੱਦਾਂ ਹੋ ਗਈ? ਸਾਨੂੰ ਕੀ ਪਤਾ ਪੁੱਤ, ਸਾਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ। ਉਹ ਵੀ ਤਾਂ ਕੱਲ ਦਾ ਕਿਸੇ ਨਾਲ ਗੱਲ ਨਹੀਂ ਕਰ ਰਿਹਾ। ਤੂੰ ਤਜਿੰਦਰ ਨਾਲ ਇੱਕ ਵਾਰੀ ਗੱਲ ਤਾਂ ਕਰਕੇ ਦੇਖ। ਕੋਈ ਨਾ ਚਾਚਾ, ਮੈਂ ਕਰਦਾ ਗੱਲ ਤਜਿੰਦਰ ਨਾਲ। ਠੀਕ ਹੈ ਪੁੱਤ। ਯਾਰ ਤੂੰ ਤੇ ਪੜ੍ਹਿਆ ਲਿਖਿਆ ਸੀ, ਤੂੰ ਕਿੱਦਾਂ ਫਸ ਗਿਆ? ਭਾਈ ਇੱਥੇ ਪੜ੍ਹੇ ਲਿਖੇ ਬੰਦੇ ਵੀ ਫਰਾਡ ਏਜੰਟਾਂ ਦੇ ਚੱਕਰਾਂ 'ਚ ਫਸ ਰਹੇ ਆ। ਮੈਨੂੰ ਕਹਿੰਦਾ ਸੀ ਤੇਰਾ ਵਰਕ ਪਰਮਿਟ ਆ ਗਿਆ, ਪੈਸੇ ਜਮ੍ਹਾਂ ਕਰਾ ਦਿਓ। ਸਭ ਝੂਠ, ਫੇਕ ਵੀਜ਼ਾ ਸੀ ਬਾਈ। ਬਾਪੂ ਨੇ ਪੈਲੀ ਵੇਚ ਕੇ ਪੈਸੇ ਦਿੱਤੇ ਸੀ, ਤੇ ਮਾਤਾ ਨੇ ਮਾਂ ਨੇ ਇੰਨੀਆਂ ਆਸਾਂ ਰੱਖੀਆਂ ਕਿ ਮੇਰਾ ਪੁੱਤ ਬਾਹਰ ਜਾਊਗਾ, ਪਰ ਇੱਦਾਂ ਕੁਝ ਹੋ ਨਾ ਸਕੇ ਬਈ।
ਯਾਰ ਤੈਨੂੰ ਇੱਕ ਗੱਲ ਪੁੱਛਾਂ, ਤੈਨੂੰ CICC ਦੇ ਐਪ ਬਾਰੇ ਨਹੀਂ ਸੀ ਪਤਾ? ਇਹ ਕਿਹੜੀ ਐਪ ਆ ਬਈ? ਬਾਈ CICC ਦਾ ਮਤਲਬ ਦਾ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ। ਇਸ ਐਪ ਦੀ ਮਦਦ ਨਾਲ ਤੁਸੀਂ ਆਪਣਾ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟਸ ਵੀ ਲੱਭ ਸਕਦੇ ਹੋ। ਇਸ ਦਾ ਮਤਲਬ RCIC ਤੇ RCIC ਨੂੰ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਲਾਇਸੈਂਸ ਦਿੱਤਾ ਗਿਆ, ਜਿਹੜਾ ਕਿ ਤੁਹਾਡੀ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵੇਗਾ। ਤੁਸੀਂ ਇਸ ਐਪ ਨੂੰ ਡਾਊਨਲੋਡ ਵੀ ਕਰ ਸਕਦੇ ਹੋ ਐਪ ਸਟੋਰ ਤੇ ਗੂਗਲ ਪਲੇ ਸਟੋਰ ਤੇ, ਜਿਸ ਨਾਲ ਤੁਹਾਨੂੰ ਕੈਨੇਡਾ ਇਮੀਗ੍ਰੇਸ਼ਨ ਦੀਆਂ ਸਾਰੀਆਂ ਨਵੀਆਂ ਜਾਣਕਾਰੀਆਂ ਵੀ ਮਿਲ ਜਾਣਗੀਆਂ ਤੇ ਤੁਸੀਂ ਆਪ ਤੇ ਆਪਣਿਆਂ ਨੂੰ ਠੱਗਬਾਜ਼ੀ ਤੋਂ ਬਚਾ ਸਕਦੇ ਹੋ। ਲੈ ਬਈ, ਜੇ ਇਸ ਐਪ ਬਾਰੇ ਮੈਨੂੰ ਪਹਿਲਾਂ ਹੀ ਪਤਾ ਹੁੰਦਾ, ਮੇਰੇ ਪੈਸਾ ਤੇ ਟਾਈਮ ਦੋਨੋਂ ਬਚ ਜਾਂਦੇ। ਹੁਣ ਤੇ ਮੈਂ ਇਹੀ ਕਹੂੰਗਾ CICC ਐਪ ਹੀ ਡਾਊਨਲੋਡ ਕੀਤੀ ਜਾਵੇ। ਤੁਸੀਂ ਦੇਖ ਰਹੇ ਸੀਗੇ CICC ਦੀ ਇਹ ਵੀਡੀਓ। ਇਸ ਤੋਂ ਬਾਅਦ ਆਪਾਂ ਗੱਲ ਕਰਨੀ ਹੈ ਸਰ ਰਿਫਿਊਜ਼ਲ ਦੀ। ਮੈਂ ਜਿਵੇਂ ਦੇਖ ਰਿਹਾ ਕਿ ਕਈ ਵਾਰੀ ਰਿਫਿਊਜ਼ਲ ਆਉਣ ਤੋਂ ਬਾਅਦ ਬੱਚਾ ਘਬਰਾ ਜਾਂਦਾ, ਪੇਰੈਂਟਸ ਖਾਸ ਕਰਕੇ ਘਬਰਾ ਜਾਂਦੇ ਨੇ। 3-4 ਰਿਫਿਊਜ਼ਲਾਂ ਤੋਂ ਬਾਅਦ ਵੀ ਕਈ ਵਾਰੀ ਕੈਨੇਡਾ ਐਮਐਸਸੀ ਵੀਜ਼ਾ ਦਿੰਦੀ ਹੈ। ਤੁਹਾਡਾ ਕੀ ਐਕਸਪੀਰੀਅੰਸ ਹੈ? ਹੁਣੇ ਆਪਾਂ ਵੈਕਸੀਨ ਗੱਲ ਕਰ ਰਹੇ ਸੀਗੇ, ਸ਼ੂਟ ਤੋਂ ਪਹਿਲੇ ਤੁਸੀਂ ਦੱਸਿਆ ਸੀਗਾ ਕਿ ਮੇਰੇ ਕੋਲ ਵੀ 4 ਰਿਫਿਊਜ਼ਲਾਂ ਤੋਂ ਬਾਅਦ ਵੀ ਜਿਹੜਾ ਜਿਹਾ ਇੱਕ ਵੀਜ਼ਾ ਹੁਣੇ ਲੇਟੈਸਟ ਆਇਆ ਹੈ, ਲੇਕਿਨ ਜਿਹੜੇ ਘਬਰਾ ਜਾਂਦੇ ਨੇ 4 ਰਿਫਿਊਜ਼ਲ ਦੇਣ ਦੇ ਬਾਅਦ ਵੀ, ਉਹਨਾਂ ਲਈ ਕੀ ਸੰਦੇਸ਼ ਹੈ? ਬਿਲਕੁਲ ਕਿ ਜੀ ਦੇਖੋ, ਜਿਸ ਤਰ੍ਹਾਂ ਮੈਂ ਦੱਸਿਆ 2003 ਤੋਂ ਅਸੀਂ ਇਹ ਖਾਸ ਤੌਰ ਤੇ ਕੈਨੇਡਾ ਸਟੱਡੀ ਵੀਜ਼ਾ ਜਿਹੜਾ ਹੈ ਕਰਦੇ ਹੈਗੇ ਆ। ਆਸਟ੍ਰੇਲੀਆ ਦਾ ਵੀ ਸਟੱਡੀ ਵੀਜ਼ਾ ਜਾਂ ਹੋਰ ਕਈ ਤਰ੍ਹਾਂ ਦੇ ਵੀਜ਼ਾ ਜਿਹੜੇ ਡਾਕਟਰ ਗਗਨਦੀਪ ਕੌਰ ਜੱਜੀ ਜਿਹੜੇ ਨੇ ਮਾਰਾ ਮੈਂਬਰ ਨੇ, ਸਾਡੇ ਨਾਲ ਐਸੋਸੀਏਟਡ ਹੈਗੇ ਨੇ, ਕੰਪਨੀ ਦੇ ਮੈਂਬਰ ਨੇ, ਔਰ ਆਸਟ੍ਰੇਲੀਆ ਦੇ ਵਿੱਚ ਕੰਮ ਕਰਦੇ ਨੇ ਜੀ। ਬਿਲਕੁਲ ਦੇਖਦੇ ਹੈਗੇ ਆ। ਲੇਕਿਨ ਕੈਨੇਡਾ ਦਾ ਖਾਸ ਤੌਰ ਤੇ ਬੜੀ ਅੱਛੀ ਗੱਲ ਇਹ ਕਿ ਜਿਹੜਾ ਤਜਰਬਾ ਇੰਨੇ ਸਾਲਾਂ ਦਾ ਹੈਗਾ, ਉਸ ਦੇ ਵਿੱਚ ਅਸੀਂ ਗਰੁੱਪ ਬਣਾਏ ਹੋਏ ਨੇ ਮੈਨੇਜਮੈਂਟ ਦੇ ਔਰ ਕਾਉਂਸਲਰਸ ਦੁਆਰਾ ਦੇ, ਜਿਸ ਦੇ ਵਿੱਚ ਅਸੀਂ ਸਾਰੇ ਕੇਸਿਸ ਜਿਹੜੇ ਆਉਂਦੇ ਉਹਨਾਂ ਦੇ ਰਿਜ਼ਲਟਸ ਆਉਂਦੇ ਨੇ, ਉਸ ਦੇ ਵਿੱਚ ਅਪਡੇਟ ਕਰਦੇ ਹੈਗੇ ਆ। ਤੇ ਜਿਨ੍ਹਾਂ ਦੀ ਰਿਫਿਊਜ਼ਲਾਂ ਹੋਣ ਉਹ ਜਾ ਕੇ ਸਾਡੇ ਆਫਿਸਿਸ ਦੇ ਵਿੱਚ ਸਾਡੇ ਸਟਾਫ ਨੂੰ ਕਹਿਣਗੇ ਕਿ ਉਹ ਸਾਰੀ ਡਿਟੇਲਸ ਦਿਖਾਓ, ਤੇ ਅਸੀਂ ਉਹ ਦਿਖਾ ਦੇਣਗੇ ਸਾਡੇ ਸਟਾਫ ਵਾਲੇ ਕਾਉਂਸਲਰ ਨੇ, ਮੈਨੇਜਰ ਨੇ, ਕਿ ਕੀ ਸਾਰੇ ਜਿਹੜੀ ਪਹਿਲਾਂ ਵਾਲੇ ਕੇਸਿਸ ਦੀ ਡਿਟੇਲਸ, ਕਿਸ ਦਾ ਵੀਜ਼ਾ ਆਇਆ, ਕੀ ਪ੍ਰੋਫਾਈਲ ਸੀਗੀ, ਔਰ ਕਿੰਨੇ ਜਿਹੜੇ ਹੈ ਰਿਫਿਊਜ਼ਲਾਂ ਤੋਂ ਬਾਅਦ ਵੀਜ਼ੇ ਆਏ। ਸੋ ਰੀਸੈਂਟਲੀ 3-4 ਦਿਨ ਦੀ ਗੱਲ ਹੈਗੀ ਹੈ ਕਿ 4 ਰਿਫਿਊਜ਼ਲ ਤੋਂ ਬਾਅਦ ਸਟੱਡੀ ਵੀਜ਼ਾ ਆਇਆ ਸੀਗਾ। ਇਸੇ ਤਰੀਕੇ ਨਾਲ 4 ਰਿਫਿਊਜ਼ਲ ਤੋਂ ਬਾਅਦ ਵਿਜ਼ਿਟਰ ਵੀਜ਼ਾ ਵੀ ਆਇਆ, ਜਿਹੜਾ ਕਿ ਖਾਸ ਤੌਰ ਤੇ 12 ਦਿਨ ਦੇ ਵਿੱਚ। ਇਹ 12 ਦਿਨ ਦਾ ਪ੍ਰੋਸੈਸ ਹੈ ਬਿਲਕੁਲ, ਲੇਕਿਨ ਜਨਰਲ ਕੇਸਿਸ ਇਹ 12 ਦਿਨ ਦਾ ਅਬਨੋਰਮਲੀ ਜਿਹੜਾ ਸਾਨੂੰ ਆਇਆ ਹੈ ਵੀਜ਼ਾ। ਅਦਰਵਾਈਜ਼ 4 ਮਹੀਨੇ ਦਾ ਜਿਹੜਾ ਜਨਰਲ ਪ੍ਰੋਸੈਸ, ਜ਼ਿਆਦਾਤਰ ਕੇਸਿਸ ਨੂੰ 4 ਮਹੀਨੇ ਲੱਗਦੇ ਨੇ ਜਨਰਲ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ। ਜੇ ਵਿਜ਼ਿਟਰ ਦੀ ਆਪਾਂ ਗੱਲ, ਜੇ ਵਿਜ਼ਿਟਰ ਦੀ ਗੱਲ ਕਰਾਂਗੇ ਕਿ ਵਿਜ਼ਿਟਰ ਵੀਜ਼ਾ ਨੂੰ 4 ਮਹੀਨੇ ਦੇ ਵਿੱਚ ਆਉਣ ਦੀ ਉਮੀਦ ਹੁੰਦੀ ਹੈ ਜਾਂ ਫਿਰ ਜ਼ਿਆਦਾ ਟਾਈਮ ਲੱਗ ਰਿਹਾ ਅੱਜ ਦੀ ਡੇਟ 'ਚ? ਦੇਖੋ, ਇਸ ਵਕਤ ਦਾ ਟਾਈਮ ਤਕਰੀਬਨ 4 ਮਹੀਨੇ ਲੱਗ ਰਿਹਾ, ਲੇਕਿਨ ਕਾਫੀ ਪੁਰਾਣੇ 6 ਮਹੀਨੇ 8 ਮਹੀਨੇ ਪੁਰਾਣੇ ਕੇਸਿਸ ਵੀ ਕੁਝ ਪੈਂਡਿੰਗ ਪਏ ਨੇ ਪੁਰਾਣੇ ਪੋਰਟਲ ਦੇ ਵਿੱਚ। ਔਰ ਨਵਾਂ ਪੋਰਟਲ ਕੈਨੇਡਾ ਐਮਬੈਸੀ ਨੇ ਸ਼ੁਰੂ ਕੀਤਾ ਸੀ, ਇਸ ਵਕਤ ਅਸੀਂ ਨਵੇਂ ਪੋਰਟਲ ਦੇ ਵਿੱਚ ਲਗਾ ਰਹੇ ਹਾਂ। ਲੇਕਿਨ ਜਨਰਲ ਪ੍ਰੋਸੈਸਿੰਗ ਟਾਈਮ ਜਿਹੜਾ 4 ਮੰਥਸ, ਕੁਝ ਟਾਈਮ ਵੱਧ ਵੀ ਸਕਦਾ, ਕੁਝ ਘੱਟ ਵੀ ਸਕਦਾ। ਇਹ ਵਾਲਾ ਜਿਹੜਾ ਮੈਂ ਪਰਟੀਕੂਲਰ ਕੇਸ ਦੀ ਗੱਲ ਕਰ ਰਿਹਾ, ਇਹ 12 ਦਿਨ ਦੇ ਵਿੱਚ। ਔਰ ਸਟੱਡੀ ਵੀਜ਼ਾ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਉਹ ਇਸ ਵਕਤ 3 ਮਹੀਨੇ ਜਿਹੜਾ ਹੈਗਾ ਚੱਲਦਾ ਪਿਆ ਹੈਗਾ। 3 ਮਹੀਨੇ ਦੇ ਵਿੱਚ ਜਿਹੜਾ ਹੈ ਵੀਜ਼ਾ ਆਉਂਦਾ ਪਿਆ। ਜੇ ਤੁਸੀਂ ਹੁਣ ਪੋਰਟਲ ਦੀ ਗੱਲ ਕੀਤੀ ਹੈ ਬੇਸਿਕਲੀ, ਕਿਉਂਕਿ ਬਹੁਤ ਸਾਰੇ ਲੋਕ ਜਿਹੜਾ ਸ਼ੋਅ ਦੇਖ ਰਹੇ ਨੇ ਉਹਨਾਂ ਨੂੰ ਪੋਰਟਲ ਦੀ ਸਮਝ ਨਹੀਂ ਆਉਣੀ ਕਿ ਪੋਰਟਲ ਕੀ ਚੀਜ਼ ਹੈ। ਮੈਂ ਅਗਰ ਸਿੰਪਲ ਦੀ ਤੁਹਾਨੂੰ ਪੁੱਛਣਾ ਚਾਹਾਂ, ਸਿੰਪਲ ਸ਼ਬਦਾਂ ਦੇ ਵਿੱਚ ਪੁੱਛਣਾ ਚਾਹਾਂ ਕਿ ਪੋਰਟਲ ਹੁੰਦਾ ਕੀ ਆ? ਮਤਲਬ ਇਹਦੇ ਵਿੱਚ ਤੁਸੀਂ ਹੁਣ ਕਹਿ ਰਹੇ ਹੋ ਕਿ ਜਿਹੜਾ ਪੁਰਾਣਾ ਪੋਰਟਲ ਸੀਗਾ ਉਹਦੇ ਵਿੱਚ ਟਾਈਮ ਲੱਗ ਰਿਹਾ ਹੈ, ਮਤਲਬ ਕਿ ਜਿਨ੍ਹਾਂ ਨੇ ਪਹਿਲੇ ਫਾਈਲਾਂ ਲਗਾਈਆਂ ਨੇ ਉਹਨਾਂ ਦੇ ਹਾਲੇ ਵੀਜ਼ਾ ਆਉਣ 'ਚ ਟਾਈਮ ਲੱਗੇਗਾ, ਜਿਹੜਾ ਨਵੇਂ ਫਾਈਲਾਂ ਲਗਾ ਰਹੇ ਨੇ ਉਹ ਜਲਦੀ ਪ੍ਰੋਸੈਸ ਹੋ ਰਹੀਆਂ ਨੇ। ਬਿਲਕੁਲ, ਪੋਰਟਲ ਦਾ ਇਹ ਹੈਗਾ ਕਿ ਆਨਲਾਈਨ, ਕਿਉਂਕਿ ਇਹ ਸਾਰੀਆਂ ਫਾਈਲਾਂ ਸਟੱਡੀ ਵੀਜ਼ਾ ਦੀਆਂ ਹੈਗੀਆਂ ਨੇ, ਚਾਹੇ ਵਿਜ਼ਿਟਰ ਵੀਜ਼ਾ ਦੀਆਂ ਹੈਗੀਆਂ ਨੇ, ਸੁਪਰ ਵੀਜ਼ਾ, ਇਹ ਸਾਰੀਆਂ ਫਾਈਲਾਂ ਜਿਹੜੀਆਂ ਨੇ। ਔਰ ਈਵਨ ਜਿਹੜਾ ਸਪਾਊਸ ਵੀਜ਼ਾ ਵੀ ਸਾਡਾ ਰੀਸੈਂਟਲੀ ਜਿਹੜਾ 3 ਮਹੀਨੇ ਦੇ ਵਿੱਚ ਆਇਆ ਹੈਗਾ। 3 ਮਹੀਨੇ 4-5 ਮਹੀਨੇ ਦਾ ਜਨਰਲ ਪ੍ਰੋਸੈਸਿੰਗ ਟਾਈਮ ਹੈਗਾ, 3 ਮਹੀਨੇ ਦੇ ਵਿੱਚ ਆਇਆ ਹੈਗਾ। ਤੇ ਇਹ ਸਾਰੀਆਂ ਆਨਲਾਈਨ ਫਾਈਲਸ ਲੱਗਦੀਆਂ ਨੇ। ਔਰ ਆਨਲਾਈਨ ਫਾਈਲਸ ਦਾ ਮਤਲਬ ਆਨਲਾਈਨ ਜਿੱਥੇ ਅਪਲਾਈ ਹੁੰਦੀਆਂ ਨੇ, ਐਪਲੀਕੇਸ਼ਨ ਫਾਰਮ ਭਰਿਆ ਜਾਂਦਾ ਹੈਗਾ ਔਰ ਡਾਕੂਮੈਂਟ ਸਬਮਿਟ ਹੁੰਦੇ ਨੇ ਆਨਲਾਈਨ, ਇਹ ਜਿਹੜੇ ਨੇ ਅਪਲੋਡ ਹੁੰਦੇ ਨੇ। ਇਹ ਜਿਹੜਾ ਉਸ ਨੂੰ ਆਪਾਂ ਪੋਰਟਲ ਕਹਿੰਦੇ ਆ, ਉਸ ਸਾਈਟ ਨੂੰ, ਕੈਨੇਡਾ ਐਮਬੈਸੀ ਦੀ ਜਿਹੜੀ ਸਾਈਟ ਹੈਗੀ, ਜਗ੍ਹਾ ਹੈਗੀ ਹੈ। ਔਰ ਉਹਨਾਂ ਨੇ ਪੁਰਾਣਾ ਕੋਈ ਸੀਗਾ ਪੋਰਟਲ ਜਿਹਦੇ ਵਿੱਚ ਸਾਰੀਆਂ ਐਪਲੀਕੇਸ਼ਨਾਂ ਗਈਆਂ ਅਪਲੋਡ ਹੋਈਆਂ ਸੀ, ਕਈ ਰਿਜ਼ਲਟਸ ਆ ਗਏ, ਜਿਹੜੇ ਨਹੀਂ ਆਏ ਪੈਂਡਿੰਗ ਨੇ। ਲੇਕਿਨ ਉਸ ਨੂੰ ਹੋਰ ਫਾਸਟ ਟਰੈਕ ਕਰਨ ਵਾਸਤੇ ਕੁਝ ਹੋਰ ਨਵੇਂ ਤਰੀਕੇ ਦੇ ਫਾਰਮ ਆਨਲਾਈਨ ਉਹਨਾਂ ਨੇ ਕੱਢੇ ਹੈਗੇ ਆ, ਔਰ ਨਵਾਂ ਪ੍ਰੋਸੀਜਰ ਕੱਢਿਆ ਹੈਗਾ। ਫਾਈਲਸ ਜਿਹੜੀਆਂ ਨੇ ਘੱਟ ਸਾਈਜ਼ ਦੀਆਂ ਹੋਣੀਆਂ ਚਾਹੀਦੀਆਂ ਨੇ, ਉਹ ਕੁਝ ਹੋਰ ਰੂਲਸ ਦੇ ਨਾਲ ਨਵੇਂ ਪੋਰਟਲ ਨੂੰ ਲਾਂਚ ਕੀਤਾ ਸੀਗਾ ਤਕਰੀਬਨ 4-5-6 ਮਹੀਨੇ ਪਹਿਲਾਂ।
ਸੋ ਉਹ ਜਿਹੜਾ ਹੈ ਹੁਣ ਐਪਲੀਕੇਸ਼ਨ ਜ਼ਿਆਦਾਤਰ ਪੁਰਾਣੇ ਪੋਰਟਲਸ ਵੀ ਲਾ ਸਕਦੇ ਹਾਂ, ਲੇਕਿਨ ਅਸੀਂ ਨਵੇਂ ਨਵੇਂ ਲਗਾ ਰਹੇ ਪੋਰਟਲਸ ਤੇ ਲਾ ਰਹੇ ਹਾਂ। ਜੀ। ਡੈਫੀਨਿਟਲੀ ਉਹਦੇ ਤੇ ਪ੍ਰੋਸੈਸਿੰਗ ਟਾਈਮ ਇਸ ਵਕਤ ਘੱਟ ਚੱਲਦਾ ਪਿਆ ਜੀ। ਜੀ ਸਰ, ਇੱਕ ਬਹੁਤ ਬੜੀ ਕਨਫਿਊਜ਼ਨ ਹੈ ਕਿਉਂਕਿ ਮੈਂ ਬਹੁਤ ਸਾਰੇ ਸ਼ੋਅ ਕਰਦਾ ਰਹਿੰਦਾ, ਬਹੁਤ ਸਾਰੇ ਕੰਸਲਟੈਂਟ ਜਿਨ੍ਹਾਂ ਨਾਲ ਮੈਂ ਸ਼ੋਅ ਕਰਦਾ ਹੁੰਦਾ, ਮੈਂ ਇਨਟੇਕਸ ਦੀ ਜਦੋਂ ਗੱਲ ਕਰਦਾ ਮੈਂ ਖੁਦ ਕਈ ਵਾਰੀ ਕਨਫਿਊਜ਼ ਹੁੰਦਾ ਕਿ ਬਹੁਤ ਸਾਰੇ ਕੰਸਲਟੈਂਟ ਜਿਹੜੇ ਹਾਲੇ ਵੀ ਪ੍ਰਮੋਟ ਕਰ ਰਹੇ ਨੇ ਕਿ ਸੈਪਟੈਂਬਰ ਇਨਟੇਕ ਜਿਹੜਾ ਜਿਹਾ ਸਾਡੇ ਕੋਲ ਹੈਗਾ ਹੈ। ਆਪਾਂ ਜੁਲਾਈ ਮੰਥ ਦੇ ਸ਼ੁਰੂ 'ਚ ਬੈਠੇ ਹਾਂ, ਅਗਸਤ ਇੱਕ ਮਤਲਬ ਆਪਾਂ ਲੈ ਕੇ ਚੱਲੀਏ ਤਾਂ 1 ਮਹੀਨਾ ਵਿੱਚ ਹੈਗਾ, ਜੁਲਾਈ ਵੀ ਆਪਣੇ ਕੋਲ ਅੱਧਾ ਜੱਦਾ ਪਿਆ ਹੈ। ਬਿਲਕੁਲ। ਜੇ ਆਪਾਂ ਗੱਲ ਕਰਾਂਗੇ ਸੈਪਟੈਂਬਰ ਇਨਟੇਕ ਦੀ ਤਾਂ ਪੋਸੀਬਲ ਹੈਗਾ ਵੈਸੇ ਕਿ ਸੈਪਟੈਂਬਰ ਇਨਟੇਕ 'ਚ ਬੱਚਾ ਹਾਲੇ ਵੀ ਅਪਲਾਈ ਕਰ ਲੇ? ਦੇਖੋ ਰਿਕੀ ਜੀ, ਲੋਕ ਜਿਹੜਾ ਹੈ, ਮੈਂ ਅਕਸਰ ਆਪਣੇ ਕਲਾਇੰਟਸ ਨੂੰ ਕਹਿੰਦਾ ਹੁੰਦਾ ਇੱਕ ਛੋਟੀ ਜਿਹੀ ਗੱਲ ਬੜੇ ਸੌਖੇ ਲਫ਼ਜ਼ਾਂ ਦੇ ਵਿੱਚ ਕਿ ਉਹਨਾਂ ਨਾਲ ਫੋਨ ਤੇ ਗੱਲ ਕਰਾਂਗੇ ਜਾਂ ਜਾ ਕੇ ਗੱਲ ਕਰਾਂਗੇ ਤੇ ਉਹ ਕਹਿਣਗੇ 2 + 2 5 ਹੁੰਦੇ ਨੇ, 4 ਨਹੀਂ ਹੁੰਦੇ। 4 ਨਹੀਂ ਹੁੰਦੇ। ਤੇ ਅਸੀਂ ਜਦੋਂ ਸਾਡੇ ਕੋਲੇ ਆਉਂਦੇ ਆ ਤੇ ਅਸੀਂ ਕਹਿੰਦੇ ਆ 2 ਤੇ 2 4 ਹੁੰਦੇ ਆ। ਹੁਣ ਜਿਹੜੇ ਝੂਠ ਦੇ ਪੈਰ ਨਹੀਂ ਹੁੰਦੇ, ਅਗਰ ਉਹਨੂੰ ਧਿਆਨ ਨਾਲ ਸਮਝਿਆ ਜਾਵੇ, ਧਿਆਨ ਨਾਲ ਦੇਖਿਆ ਜਾਵੇ, ਜੇ ਨਹੀਂ ਸਮਝਾਂਗੇ ਸਿਰਫ ਇੰਨਾ ਦੇਖ ਲਾਂਗੇ ਕਿ ਮੇਰੇ ਬਾਰੇ ਸੋਚਾਂਗੇ 4 ਕਹਿੰਦੇ ਨੇ, ਕਿਸੇ ਹੋਰ ਬਾਰੇ 5 ਕਹਿੰਦੇ ਨੇ, ਲਾਲਚ 'ਚ ਆ ਜਾਾਂਗੇ, ਉੱਥੇ ਜਾਵਾਂਗੇ, ਬਾਅਦ ਦੇ ਵਿੱਚ ਕੁਛ ਨਾ ਕੁਛ ਇਸ ਤਰ੍ਹਾਂ ਦਾ ਹੋਏਗਾ ਹੀ ਹੋਏਗਾ ਜਿਹਦੇ ਵਿੱਚ ਇਹ, ਕਿਉਂਕਿ 2 ਤੇ 2 4 ਹੀ ਰਹਿਣੇ ਨੇ, 5 ਤਾਂ ਹੋ ਨਹੀਂ ਸਕਦੇ, 5 ਹੋ ਨਹੀਂ ਸਕਦੇ ਬਿਲਕੁਲ। ਤੇ ਉਹ ਫਿਰ ਉਸ ਤਰੀਕੇ ਨਾਲ ਬਾਅਦ ਦੇ ਵਿੱਚ ਕੁਛ ਨਾ ਕੁਛ ਗੜਬੜ ਹੋਏਗੀ, ਦਿੱਕਤ ਹੋਏਗੀ। ਲੇਕਿਨ ਲੋਕ ਜਿਹੜੇ ਨੇ, ਬਹੁਤ ਸਾਰੇ ਕੰਸਲਟੈਂਟਸ, ਸਾਰਿਆਂ ਨੂੰ ਪਤਾ ਹੈ ਕਿ ਨਾ ਇਹ ਤਾਂ ਛੋਟੀ ਗੱਲ ਹੈ ਕਿ ਉਹਨਾਂ ਦਾ ਕੇਸ ਲੈਣ ਵਾਸਤੇ, ਉਹਨਾਂ ਨੂੰ ਆਪਣੇ ਕੋਲ ਲਿਆਉਣ ਵਾਸਤੇ, ਉਹਨਾਂ ਦਾ ਨੂੰ ਫਸਾਉਣ ਵਾਸਤੇ, ਫੜਨ ਵਾਸਤੇ ਉਹਨਾਂ ਦਾ ਕੇਸ ਜਿਹੜਾ ਹੈਗਾ ਇਹ ਇਸ ਤਰ੍ਹਾਂ ਦੀ ਗੱਲਾਂ ਕਰ ਦਿੰਦੇ ਨੇ। ਲੇਕਿਨ ਔਰ ਇਹ ਤਾਂ ਛੋਟੀ ਗੱਲ ਹੈਗੀ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਇੰਨੀ ਤਰ੍ਹਾਂ ਦੀ ਠੱਗੀਆਂ, ਝੂਠ ਫਰੇਬ, ਮਿਸਗਾਈਡੈਂਸ ਔਰ ਬੜਾ ਕੁਝ ਹੁੰਦਾ। ਔਰ ਮੇਰੇ ਕੋਲ ਸੈਮੀਨਾਰਸ ਦੇ ਵਿੱਚ ਖਾਸ ਤੌਰ ਤੇ ਜਦੋਂ ਸਟੂਡੈਂਟਸ, ਪੇਰੈਂਟਸ ਆਉਂਦੇ ਨੇ, 10 ਵਿੱਚੋਂ 7 ਜਿਹੜੇ ਹੁੰਦੇ ਨੇ ਉਹ ਕਿਤੇ ਨਾ ਕਿਤੇ ਗੜਬੜ ਦਾ ਸ਼ਿਕਾਰ ਦਾ ਮਤਲਬ ਤੁਸੀਂ ਦੇਖੋ, ਗ੍ਰੈਜੂਏਟ ਸਟੂਡੈਂਟਸ ਨੂੰ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੇਣਾ ਹੈਗਾ ਤੇ ਪੋਸਟ ਸੈਕੰਡਰੀ ਨਹੀਂ ਦੇਣਾ। ਬਹੁਤ ਸਾਰੀਆਂ ਰਿਫਿਊਜ਼ਲਾਂ ਆਉਂਦੀਆਂ ਨੇ ਕਿ ਪੋਸਟ ਸੈਕੰਡਰੀ ਪ੍ਰੋਗਰਾਮ ਦੇ ਦਿੱਤਾ ਜਾਂਦਾ। ਪੋਸਟ ਸੈਕੰਡਰੀ ਹੁੰਦਾ ਜਿਹੜਾ 12ਵੀਂ ਕਲਾਸ ਵਾਲੇ ਬੱਚਿਆਂ ਨੂੰ ਦਿੰਦੇ ਆ, ਪੋਸਟ ਗ੍ਰੈਜੂਏਟ ਹੁੰਦਾ ਜਿਹੜਾ ਗ੍ਰੈਜੂਏਸ਼ਨ, ਹਾਂ ਠੀਕ ਹੈ, ਦੇਣਾ ਹੈਗਾ, ਹਾਇਰ ਲੈਵਲ ਦਾ ਪ੍ਰੋਗਰਾਮ ਹੈਗਾ। ਸੋ ਗ੍ਰੈਜੂਏਟ ਬੰਦੇ ਨੂੰ ਜਦੋਂ ਪੋਸਟ ਸੈਕੰਡਰੀ 12ਵੀਂ ਵਾਲਾ ਪ੍ਰੋਗਰਾਮ ਦੇਵਾਂਗੇ ਤੇ ਉਹ ਅਪਰ ਲੈਵਲ ਦਾ ਨਹੀਂ ਬਲਕਿ ਲੋਅਰ ਲੈਵਲ ਦਾ ਪ੍ਰੋਗਰਾਮ ਦੇ ਰਹੇ ਆ ਔਰ ਵੀਜ਼ਾ ਅਫਸਰ ਉਸ ਨੂੰ ਰਿਫਿਊਜ਼ ਕਰੇ। ਸੋ ਇਹ ਇੱਕ ਬੜੀ ਆਮ ਗਲਤੀ ਹੈਗੀ ਹੈ। ਇਸੇ ਤਰ੍ਹਾਂ ਮਾਰਕਸ ਜਿਹੜੇ ਨੇ, +2 ਜਿਸ ਤਰ੍ਹਾਂ ਕਾਮਰਸ ਕੀਤੀ ਹੈ, ਅਕਾਊਂਟਿੰਗ ਤੇ ਬਿਜ਼ਨਸ ਦਾ ਪ੍ਰੋਗਰਾਮ ਕੀਤਾ, ਉਸ ਦੇ ਵਿੱਚ ਕਿਹੜੇ ਸਬਜੈਕਟ ਵਿੱਚ ਜ਼ਿਆਦਾ ਨੇ ਮਾਰਕਸ, ਉਸ ਦਾ ਪ੍ਰੋਗਰਾਮ ਦੇਣਾ ਚਾਹੀਦਾ ਹੈਗਾ। ਜਿਹਦੇ 'ਚ ਘੱਟ ਆ ਉਹਦਾ ਨਹੀਂ ਦੇਣਾ ਚਾਹੀਦਾ। ਬੜੇ ਸਾਰੇ ਕੇਸਿਸ ਹੁੰਦੇ ਨੇ ਜਿਹੜੇ ਪਾਸ ਵੀ ਨਹੀਂ ਹੈਗੇ ਤੇ ਉਹ <50% ਮਾਰਕਸ ਨੇ, ਉਹ ਵਾਲਾ ਪ੍ਰੋਗਰਾਮ ਦੇ ਦਿੱਤਾ ਜਾਂਦਾ, ਰਿਫਿਊਜ਼ਲ ਹੁੰਦੀ ਹੈ। ਸੋ ਇਹ ਇਸ ਤਰ੍ਹਾਂ ਦੀ ਜਿਹੜੀ ਇਹ ਐਕਸਪਰਟਿਜ਼ ਤਾਂ ਖੈਰ ਛੋਟੀ ਚੀਜ਼ ਹੈ, ਇਸ ਦੇ ਇਲਾਵਾ ਫੀਸਾਂ ਖਾ ਲੈਂਦੇ ਨੇ। ਔਰ ਮੈਂ ਅਕਸਰ ਇਹ ਇੱਕ ਟਿਪ ਦਿੰਦਾ ਹੁੰਦਾ ਫਰਾਡ ਤੋਂ ਬਚਣ ਲਈ ਕਿ ਕਦੇ ਵੀ ਕਿਸੇ ਕੰਸਲਟੈਂਟ ਨੂੰ ਕਾਲਜ ਦੀ ਫੀਸ ਜਾਂ GIC ਦੀ ਫੀਸ ਜਿਹੜੇ ਕੰਸਲਟੈਂਟ ਦੇ ਬੈਂਕ ਅਕਾਊਂਟ ਦੇ ਵਿੱਚ ਟ੍ਰਾਂਸਫਰ ਨਹੀਂ ਕਰਨੀ, ਕੈਸ਼ ਨਹੀਂ ਦੇਣਾ, ਚੈੱਕ ਨਹੀਂ ਦੇਣਾ ਔਰ ਉਹਨਾਂ ਨੂੰ ਪੈਸੇ ਨਹੀਂ ਦੇਣੇ, ਬਲਕਿ ਆਪਣੇ ਅਕਾਊਂਟ ਤੋਂ ਸਿੱਧੇ ਕਾਲਜ ਦੇ ਅਕਾਊਂਟ ਵਿੱਚ ਜਾਂ GIC ਦੇ ਜਿਹੜੇ ਪੈਸੇ ਨੇ ਕੈਨੇਡਾ ਬੈਂਕ ਦੇ ਅਕਾਊਂਟ ਦੇ ਵਿੱਚ, ਜਿਹੜਾ ਸਕੋਸ਼ੀਆ ਬੈਂਕ ਦੇ ਵਿੱਚ ਹੁੰਦਾ ਹੈ, ਤੇ ਉਹ ਟ੍ਰਾਂਸਫਰ ਕਰਨੇ ਚਾਹੀਦੇ ਨੇ ਜੀ। ਬਿਲਕੁਲ, ਦੇਖੋ ਬਹੁਤ ਵੱਡੀ ਇਨਫੋਰਮੇਸ਼ਨ ਹੈ। ਇੱਕ ਅਵੇਅਰ ਕਰਨ ਵਾਸਤੇ ਹੀ ਇੱਥੇ ਇਹ ਸ਼ੋਅ ਲੈ ਕੇ ਆਉਂਦੇ ਨੇ ਔਰ ਰਵੀ ਗਰਗ ਇਸ ਮੰਚ ਦੇ ਉੱਪਰ ਕਹਿ ਰਹੇ ਨੇ ਕਿ ਤੁਸੀਂ ਮੈਨੂੰ ਵੀ ਉਹ ਪੈਸੇ ਨਹੀਂ ਦੇਣੇ, ਫੀਸ ਦੇ ਹੋਣ ਚਾਹੇ GIC ਫੰਡਸ ਹੋਵੇ, ਉਹ ਤੁਸੀਂ ਡਾਇਰੈਕਟਲੀ ਆਪ ਡਿਪੋਜ਼ਿਟ ਕਰਨਾ ਹੈ ਤਾਂ ਕਿ ਤੁਹਾਨੂੰ ਕਿਸੇ ਵੀ ਤਰੀਕੇ ਦਾ ਕੋਈ ਵੀ ਰਿਸਕ ਨਾ ਲੈਣਾ ਪਵੇ। ਚਲ ਰਿਸਕ ਦੀ ਗੱਲ ਕਰਾਂਗੇ ਤੇ ਗੱਲ ਆਏਗੀ ਪੈਸੇ ਦੀ। ਬਹੁਤ ਸਾਰੀ ਐਡਸ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕੀ ਪ੍ਰਮੋਟ ਕਰ ਰਹੇ ਹੁੰਦੇ ਆ, ਸੋਸ਼ਲ ਮੀਡੀਆ ਭਰਿਆ ਪਿਆ ਹੈ, ਆਨਲਾਈਨ ਪਲੇਟਫਾਰਮ ਭਰੇ ਪਏ ਨੇ ਕਿ ਪੇ ਆਫਟਰ ਵੀਜ਼ਾ, ਤੁਹਾਡਾ ਰਿਸਕ ਕੋਈ ਨਹੀਂ। ਇਦਾਂ ਕਦੇ ਹੁੰਦਾ? ਕੈਨੇਡਾ ਗਵਰਨਮੈਂਟ ਕਦੇ ਜਿਹੜੀ ਉੱਥੇ ਕੋਈ ਕਾਲਜ ਯੂਨੀਵਰਸਿਟੀਆਂ ਹੈਗੀਆਂ ਨੇ ਉਹ ਬਾਅਦ 'ਚ ਫੀਸ ਲੈਂਦੀਆਂ ਨੇ? ਕੋਈ ਵੀ ਸਰਕਾਰੀ ਜਿਹੜੇ ਜੈਨੂਅਨ ਕਾਲਜ ਨੇ, ਜਿਹੜੇ ਮਾਨਤਾ ਪ੍ਰਾਪਤ ਕਾਲਜ ਨੇ, ਉਹ ਕੋਈ ਵੀ ਵੀਜ਼ਾ ਤੋਂ ਬਾਅਦ ਨਹੀਂ ਲੈਂਦਾ। ਜਿਸ ਤਰ੍ਹਾਂ ਹੀ ਐਡਮਿਸ਼ਨ ਹੁੰਦੀ ਹੈ, ਇੱਕ ਜਨਰਲ ਕੈਨੇਡਾ ਗੌਰਮੈਂਟ ਦਾ, ਕੈਨੇਡਾ ਅੰਬੈਸੀ ਦਾ ਜਾਂ ਹੋਰ ਵੀ ਸਾਰੀਆਂ ਸਾਰੇ ਜਿੰਨੇ ਵੀ ਕੰਟਰੀਜ਼ ਦੀਆਂ ਅੰਬੈਸੀਆਂ ਨੇ, ਉਹਨਾਂ ਦਾ ਇਹ ਰੂਲ ਹੁੰਦਾ ਹੈ ਕਿ ਐਡਮਿਸ਼ਨ ਵਾਸਤੇ ਅਪਲਾਈ ਕਰੋ, ਆਫਰ ਲੈਟਰ ਆਏਗੀ, ਫੀਸ ਭਰੋ ਔਰ ਉਸ ਤੋਂ ਬਾਅਦ ਫੀਸ ਰਸੀਦ ਕਾਲਜ ਦੇਗਾ ਔਰ ਉਸ ਦੇ ਨਾਲ GIC ਜਿਹੜਾ ਕੈਨੇਡਾ ਬੈਂਕ ਦੇ ਵਿੱਚ ਭਰਾਂਗੇ, GIC ਸਰਟੀਫਿਕੇਟ ਆਏਗਾ ਔਰ ਉਹ ਸਾਰੇ ਕਾਗਜ਼ ਨਾਲ IELTS ਦੇ ਹੈਗੇ ਨੇ ਔਰ ਬਾਕੀ ਜਿਹੜੇ ਤੁਹਾਡੇ ਐਜੂਕੇਸ਼ਨ ਦੇ ਡਾਕੂਮੈਂਟਸ ਹੈਗੇ ਨੇ, ਇਹ ਸਾਰੇ ਡਾਕੂਮੈਂਟ ਨਾਲ ਲਾ ਕੇ ਐਪਲੀਕੇਸ਼ਨ ਫਾਰਮ ਭਰ ਕੇ ਅਸੀਂ ਅੰਬੈਸੀ 'ਚ ਜਿਹੜੀ ਹੈ ਫਾਈਲ ਲਗਾਵਾਂਗੇ, ਵੀਜ਼ਾ ਆਏਗਾ, ਬੱਚੇ ਪੜ੍ਹਨ ਜਾਏਗਾ ਔਰ ਅਗਰ ਵੀਜ਼ਾ ਨਹੀਂ ਲੱਗਦਾ ਤੇ ਆਲਮੋਸਟ ਸਾਰੇ ਪੈਸੇ 5-10 ਹਜ਼ਾਰ ਕੱਟ ਕੇ ਬਾਕੀ ਸਾਰੇ ਪੈਸੇ ਤੁਹਾਡੇ ਅਕਾਊਂਟ ਦੇ ਵਿੱਚ ਵਾਪਸ ਆ ਜਾਣਗੇ। ਸੋ ਇਹ ਜਿਹੜਾ ਹੈ ਇਹ ਪੇ ਆਫਟਰ ਵੀਜ਼ਾ ਅਸੀਂ ਕਦੇ ਵੀ ਨਹੀਂ ਕੀਤਾ ਔਰ ਪੈਕੇਜ ਜਿਹੜਾ ਹੈਗਾ ਉਹ ਕਦੇ ਵੀ ਨਹੀਂ ਕੀਤਾ, ਕਿਉਂਕਿ ਨਾ ਇਹ ਕੈਨੇਡਾ ਗੌਰਮੈਂਟ ਜਾਂ ਕੋਈ ਗੌਰਮੈਂਟ ਕਿਸੇ ਵੀ ਕੰਟਰੀ ਦੀ ਗੌਰਮੈਂਟ, ਕਿਸੇ ਵੀ ਕੰਟਰੀ ਦੀ ਅੰਬੈਸੀ ਇਹ ਚੀਜ਼ ਅਲਾਉਡ ਨਹੀਂ ਕਰਦੀ। ਔਰ
ਤੁਹਾਨੂੰ ਵੀ ਇਹ ਬੈਨੀਫਿਟ ਨਹੀਂ ਹੈਗਾ। ਤੁਸੀਂ ਧਿਆਨ ਨਾਲ ਦੇਖੋਗੇ ਤੇ ਜੇ ਫੀਸ 5 ਲੱਖ ਹੈਗੀ ਹੈ ਤੇ ਉਸ ਦਾ ਤੁਹਾਨੂੰ ਪੈਕੇਜ ਜਿਹੜਾ ਹੈ 10 12 14 ਲੱਖ ਦਾ ਦੇ ਦਿੱਤਾ ਜਾਂਦਾ ਹੈਗਾ, ਤੁਹਾਨੂੰ ਦੱਸਿਆ ਨਹੀਂ ਜਾਂਦਾ ਜਾਂ ਗਲਤ ਦੱਸ ਦਿੱਤਾ ਜਾਂਦਾ ਹੈ। ਆਮ ਤੌਰ ਤੇ ਕੰਸਲਟੈਂਟ ਕਰਨ ਦੇ 1 ਸਾਲ ਦੀ ਫੀਸ ਹੈ ਔਰ ਉਹ ਹੋਈ 1 ਸਮੈਸਟਰ ਦੀ ਫੀਸ 5 ਲੱਖ ਹੋਈ, 2 ਸਮੈਸਟਰ ਦੀ ਯਾਨੀ ਕਿ 1 ਸਾਲ ਦੀ 10 ਲੱਖ ਹੋਈ ਤੇ ਤੁਸੀਂ ਉਹ 10 ਲੱਖ ਪਲੱਸ ਹੋਰ ਕੁਝ ਪੈਸੇ ਮਿਲਾ ਕੇ 12 ਲੱਖ ਮੰਨ ਲਓ ਦੇਣਾ ਕਰ ਲਿਆ ਔਰ ਉੱਥੇ ਜਾ ਕੇ ਪਤਾ ਲੱਗਦਾ ਜੀ 1 ਸਮੈਸਟਰ ਦੀ ਫੀਸ ਦਿੱਤੀ ਸੀ 5 ਲੱਖ ਔਰ 5 ਲੱਖ ਦਾ ਤੁਹਾਨੂੰ ਜਿਹੜਾ ਹੈ ਉਹ ਮਿਸਗਾਈਡੈਂਸ ਹੋ ਗਈ, ਗੜਬੜ ਹੋ ਗਈ। ਸੋ ਇਸ ਤਰ੍ਹਾਂ ਦਾ ਕੁਝ ਨਾ ਕੁਝ ਗੜਬੜ ਹੋਏਗਾ। ਤੁਸੀਂ ਅਗਰ ਧਿਆਨ ਨਾਲ ਦੇਖੋਗੇ ਫੜ ਪਾਓਗੇ 100% ਤੁਸੀਂ ਚੈੱਕ ਕਰੋਗੇ, ਕਿਉਂਕਿ ਕੋਈ ਵੀ ਇਸ ਤਰ੍ਹਾਂ ਜੇ ਜਾਇਜ਼ ਕੰਮ ਕਰਨਾ ਉਹ ਕੋਈ ਵੀ ਆਪਣੇ ਕੋਲੋਂ ਇਸ ਤਰੀਕੇ ਨਾਲ ਆਫਟਰ ਵੀਜ਼ਾ ਦੇ ਚਾਰजेस ਨਹੀਂ ਲਏਗਾ। ਪਾਇਨੀਅਰ ਇਮੀਗ੍ਰੇਸ਼ਨ ਨੇ ਇੰਨੇ ਸਾਲਾਂ ਦੇ ਵਿੱਚ ਤਕਰੀਬਨ 20 ਸਾਲ ਦਾ ਮੇਰਾ ਤਜਰਬਾ ਸਾਫ਼ ਸੁਥਰਾ ਕੰਮ ਕੀਤਾ। ਜਿਸ ਤਰ੍ਹਾਂ ਕੈਨੇਡਾ ਗਵਰਨਮੈਂਟ ਕਹਿੰਦੀ, ਕੈਨੇਡਾ ਅੰਬੈਸੀ, ਔਰ ਅਗਰ ਕੈਨੇਡਾ ਗਵਰਨਮੈਂਟ ਕੈਨੇਡਾ ਅੰਬੈਸੀ ਨੂੰ ਪਤਾ ਲੱਗ ਜੇ ਇਸ ਗੱਲ ਦਾ ਸਟੂਡੈਂਟ ਨੇ ਨਹੀਂ ਪੇ ਕੀਤੀ, ਕਿਸੇ ਹੋਰ ਨੇ ਕੰਸਲਟੈਂਟ ਨੇ ਆਪਣੇ ਕੋਲੋਂ ਪੇ ਕੀਤੀ ਹੈ ਤੇ ਉਹਦੇ ਤੇ ਐਕਸ਼ਨ ਹੋਏਗਾ ਹੀ ਬੈਨ ਹੋ ਜਾਏਗਾ ਸਟੂਡੈਂਟ ਕਿਉਂਕਿ ਇਹ ਜਿਹੜੀ ਹੈ ਦੇ ਆਰ ਸਪੋਜ਼ਡ ਟੂ ਪੇ। ਜਿਹੜਾ ਸਟੂਡੈਂਟ ਨੂੰ ਇਹ ਮੰਨਿਆ ਜਾਂਦਾ ਹੈ ਕਿ ਉਹ ਪੇ ਕਰਨਗੇ ਆਪਣੇ ਅਕਾਊਂਟ ਤੋਂ। ਸੋ ਇਹ ਜਿਹੜਾ ਹੈ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ, ਬਚ ਕੇ ਰਹਿਣਾ ਚਾਹੀਦਾ, ਖਿਆਲ ਰੱਖੀਏ। ਬਿਲਕੁਲ, ਕਿਉਂਕਿ ਜਦੋਂ ਵੀ ਤੁਸੀਂ ਜਾਣਾ ਹੁੰਦਾ ਹੈ ਤਾਂ ਕੋਸ਼ਿਸ਼ ਕਰੋ ਕਿ ਆਪਣੇ ਹੀ ਅਕਾਊਂਟ ਤੋਂ ਪੇਮੈਂਟ ਪਾਓ ਔਰ ਕਿਸੇ ਨੂੰ ਵੀ ਇਹੋ ਜਿਹੇ ਲਾਲਚ, ਕਿਸੇ ਦੇ ਵੀ ਇਹੋ ਜਿਹੇ ਲਾਲਚ ਨਾ ਆਓ ਕਿ ਪੇ ਆਫਟਰ ਵੀਜ਼ਾ ਤੁਸੀਂ ਲੈ ਸਕਦੇ ਹੋ, ਕਿਉਂਕਿ ਜਦ ਤੱਕ ਤੁਸੀਂ ਆਪਣੇ ਅਕਾਊਂਟ ਤੋਂ ਜਿਹੜੀ ਹੈ ਫੀਸ ਟ੍ਰਾਂਸਫਰ ਨਹੀਂ ਕਰੋਗੇ ਔਰ ਬਾਈ ਚਾਂਸ ਕੈਨੇਡਾ ਐਮਬੈਸੀ ਨੂੰ, ਕੈਨੇਡਾ ਗਵਰਨਮੈਂਟ ਨੂੰ ਇਹ ਚੀਜ਼ ਪਤਾ ਲੱਗਦੀ ਹੈ ਕਿ ਤੁਸੀਂ ਐਵੇਂ ਕਰਕੇ ਕੈਨੇਡਾ ਦੇ ਵਿੱਚ ਐਂਟਰੀ ਚਾਹੁੰਦੇ ਹੋ ਤਾਂ ਤੁਸੀਂ ਬੈਨ ਹੋਣ ਦੇ 100% ਜਿਹੜੇ ਚਾਂਸਸ ਨੇ ਉਹ ਵੱਧ ਜਾਂਦੇ ਨੇ। ਰਿੱਕੀ ਜੀ, ਮੈਂ ਤੁਹਾਡੇ ਨਾਲ ਡਿਸਕਸ ਕਰਦਾ ਪਿਆ ਸੀ, ਤੁਹਾਡੇ ਨੂੰ ਯਾਦ ਦਿਲਵਾਉਣਾ ਕਿ ਆਸਟ੍ਰੇਲੀਆ ਦੇ ਵਿੱਚ ਰੀਸੈਂਟਲੀ ਹੋਇਆ, ਨਿਊਜ਼ੀਲੈਂਡ ਦੇ ਵਿੱਚ ਵੀ ਡਿਪੋਰਟ ਹੋਏ ਨੇ ਬੱਚੇ, ਬਿਲਕੁਲ ਡਿਪੋਰਟ ਹੋਏ ਸੀਗੇ। ਉਹ ਉੱਥੇ ਬੱਚੇ ਗਏ 에ਅਰਪੋਰਟ ਤੇ ਔਰ ਉਹਨਾਂ ਨੇ ਚੈਕਿੰਗ ਕੀਤੀ, ਉਹਨਾਂ ਦੇ ਡਾਕੂਮੈਂਟਸ ਨਹੀਂ, ਬਹੁਤ ਸਾਰੇ ਸੈਂਕੜਾਂ ਬੱਚਿਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਕਿ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਦੀ ਗੜਬੜ ਸੀ। ਸੋ ਇਹ ਦੇਖੋ, ਇਹ ਪਤਾ ਨਹੀਂ ਹੁੰਦਾ, ਅੱਜ ਦੇ ਦਿਨ ਨਹੀਂ ਹੈ, ਲੇਕਿਨ ਕਦੋਂ ਸਾਲ ਬਾਅਦ 2 ਸਾਲ ਬਾਅਦ ਕਦੋਂ ਕੀ ਚੀਜ਼ ਫੜ ਲਿੱਤੀ ਜਾਵੇਗੀ ਕਿ ਮੰਨ ਲਓ ਕਿ ਸਟੂਡੈਂਟ ਦੇ ਅਕਾਊਂਟ ਤੋਂ ਪੈਸੇ ਨਹੀਂ ਗਏ ਔਰ ਅੱਜ ਤੋਂ 2 ਸਾਲ ਬਾਅਦ ਵੀ ਆਪਾਂ ਸਟੂਡੈਂਟ ਨੂੰ ਵੀਜ਼ਾ ਲੱਗ ਗਿਆ, ਕੈਨੇਡਾ ਦੇ ਵਿੱਚ ਹੈਗਾ, ਕੈਨੇਡਾ ਦੇ ਵਿੱਚ ਜਾ ਕੇ ਸਟੱਡੀ ਪਰਮਿਟ ਮਿਲਿਆ ਉਹਨੂੰ, ਉਸ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣਾ, ਉਸ ਤੋਂ ਬਾਅਦ PR ਅਪਲਾਈ ਕਰਨੀ ਹੈ। ਸੋ ਕਿਸੇ ਵੀ ਸਟੇਜ ਤੇ ਕੈਨੇਡਾ ਗਵਰਨਮੈਂਟ ਨੇ, ਕੈਨੇਡਾ ਅੰਬੈਸੀ ਨੇ ਕਹਿ ਦਿੱਤਾ ਕਿ ਜਦੋਂ ਤੁਹਾਡੀ ਫੀਸ ਭਰੀ ਗਈ ਸੀ ਉਸ ਦੀ ਬੈਂਕ ਸਟੇਟਮੈਂਟ ਦੇ ਦਿਓ ਸਾਨੂੰ। ਤੇ ਜਦੋਂ ਭਰੇ ਹੀ ਨਹੀਂ ਸੀਗੇ ਤਾਂ ਬੈਂਕ ਸਟੇਟਮੈਂਟ ਕਿਵੇਂ ਦੇਵਾਂਗੇ? ਬਿਲਕੁਲ, ਕਿੱਥੋਂ ਦੇਵਾਂਗੇ? ਤੇ ਜੇ ਉਹ ਦਿੱਤੀ ਨਹੀਂ ਗਈ ਤੇ ਫਿਰ ਕਿੱਥੇ ਦਿਖਾਵਾਂਗੇ? ਕੰਸਲਟੈਂਟ ਨੇ ਭਰੀ ਸੀਗੀ ਜਾਂ ਫਿਰ ਉਹ ਕੰਸਲਟੈਂਟ ਬਾਈ ਜਾਂ ਤੁਸੀਂ ਮੰਗਵਾ ਵੀ ਲਈ ਔਰ ਨਿਕਲੀ ਉਹ ਕੰਸਲਟੈਂਟ ਦੀ, ਫਿਰ ਬਿਲਕੁਲ ਉਹ ਤਾਂ ਡੈਫੀਨੇਟਲੀ ਔਰ ਕੰਸਲਟੈਂਟ ਜਿਹੜਾ ਪਹਿਲਾਂ ਤਾਂ ਦੇਊਗਾ ਨਹੀਂ ਔਰ ਦੇਗਾ ਕੰਸਲਟੈਂਟ ਤੇ ਉਹ ਵੀ ਫਸੇਗਾ ਤੇ ਉਹ ਸਾਰਾ ਗਲਤ ਹੋਏਗਾ। ਇਹ ਮੁੱਕਦੀ ਗੱਲ, ਝੂਠ ਦੇ ਪੈਰ ਨਹੀਂ ਹੁੰਦੇ। ਜਦੋਂ ਕੁਝ ਗਲਤ ਕੰਮ ਕਰਦੇ ਆ ਤੇ ਉਹ ਪਤਾ ਨਹੀਂ ਕਦੋਂ ਐਕਸ਼ਨ ਬਚ ਵੀ ਸਕਦਾ, ਨਾ ਹੋਵੇ, ਲੇਕਿਨ ਹੋ ਵੀ ਸਕਦਾ ਹੈ ਕਿ ਕਦੋਂ ਹੋ ਜਾਏਗਾ, ਕਿਸ ਤਰ੍ਹਾਂ ਦਾ ਹੋਏਗਾ। ਲੇਕਿਨ ਸਟੂਡੈਂਟ ਦਾ ਸਟੱਡੀ ਵੀਜ਼ਾ ਲੱਗ ਗਿਆ, ਉੱਥੇ ਗਿਆ, ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਗਿਆ, PR ਦੀ ਫਾਈਲ ਲੱਗਣ ਵਾਲੀ ਹੈ ਔਰ ਉੱਥੋਂ ਡਿਪੋਰਟ ਹੋਣ ਵਾਲਾ ਕੰਮ ਹੋ ਜੇ 4-5 ਸਾਲ ਬਾਅਦ, ਕਿੰਨਾ ਤਕਲੀਫ ਵਾਲਾ ਕੰਮ ਹੈਗਾ। ਇਹ ਲੱਗਾ ਲਗਾਇਆ ਪੈਸਾ ਖਰਾਬ ਹੋ ਜਾਏਗਾ, ਸਾਰਾ ਫਿਊਚਰ ਵੀ ਖਰਾਬ ਹੋ ਜਾਏਗਾ। ਅਸੀਂ ਐਜ਼ ਕੰਸਲਟੈਂਟ, ਐਜ਼ ਐਜੂਕੇਸ਼ਨ ਕੰਸਲਟੈਂਟ, ਐਜ਼ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ ਕੈਨੇਡਾ ਗਵਰਨਮੈਂਟ, ਕੈਨੇਡਾ ਅੰਬੈਸੀ ਤੋਂ ਮਾਨਤਾ ਪ੍ਰਾਪਤ, ਸਾਡਾ ਫਰਜ਼ ਔਰ ਸਾਡੀ ਜ਼ਿੰਮੇਵਾਰੀ ਹੈ। ਇਹ ਬੱਚੇ ਨਿੱਕੇ ਨਿੱਕੇ ਦਾ ਮਤਲਬ 12ਵੀਂ ਕਲਾਸ ਕੀਤੀ, 18 ਸਾਲ ਦੇ ਬੱਚੇ ਨੇ ਜਾਂ ਗ੍ਰੈਜੂਏਟ ਹੈਗੇ ਨੇ 21-22 ਸਾਲ ਦੇ ਨੇ, ਉਹਨਾਂ ਦੀ ਜ਼ਿੰਦਗੀ ਨੂੰ ਬਣਾਉਣਾ, ਕੈਰੀਅਰ ਨੂੰ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ, ਨਾ ਕਿ ਇਸ ਤਰ੍ਹਾਂ ਸਪੋਇਲ ਕਰ ਦੇਣਾ, ਬਰਬਾਦ ਕਰ ਦੇਣਾ ਕਿ ਉੱਥੇ ਜਾ ਕੇ 4 ਸਾਲ ਬਾਅਦ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਵੇ। ਜੀ ਅੱਛਾ ਸਰ, ਇਨਟੇਕ ਦੀ ਆਪਾਂ ਗੱਲ ਕਰ ਰਹੇ ਸੀਗੇ ਕਿਉਂਕਿ ਗੱਲ ਵਿੱਚ ਆਦੀ ਰਹਿ ਗਈ ਸੀਗੀ। ਇਨਟੇਕ ਸੈਪਟੈਂਬਰ ਤੱਕ ਮੰਨ ਕੇ ਚੱਲੀਏ ਆਪਾਂ ਕਲੋਜ਼ ਹੈ, ਕੋਈ ਵੀ ਚਾਂਸ ਨਹੀਂ ਹੈ, ਲੇਕਿਨ ਇਸ ਤੋਂ ਬਾਅਦ ਗੱਲ ਆਉਂਦੀ ਹੈ ਜਨਵਰੀ ਔਰ ਮਈ ਇਨਟੇਕ ਦੀ। ਬਹੁਤ ਸਾਰੇ ਬੱਚੇ ਇਹੋ ਜਿਹੇ ਨੇ ਜਿਹੜੇ ਹਾਲੇ ਵੀ ਵੇਟ ਕਰ ਰਹੇ ਨੇ ਕਿ ਜਨਵਰੀ ਇਨਟੇਕ 'ਚ ਅਪਲਾਈ ਕਰੀਏ, ਕਿ ਬੜਾ ਟਾਈਮ ਪਿਆ, ਹਾਲੇ 4-5 ਮਹੀਨੇ ਪਏ ਨੇ, ਬਾਅਦ 'ਚ ਅਪਲਾਈ ਕਰ ਲਾਂਗੇ, ਜਾਂ ਮਈ ਇਨਟੇਕ 'ਚ ਬਹੁਤ ਟਾਈਮ ਪਿਆ। ਤੇ ਇਹਦੇ ਪਿੱਛੇ ਵੀ ਕੀ ਰੀਜ਼ਨ ਹੈ ਕਿ ਅਪਲਾਈ ਕਰ ਲੈਣਾ ਚਾਹੀਦਾ, ਸੀਟ ਰਿਜ਼ਰਵ ਕਰ ਲੈਣੀ ਚਾਹੀਦੀ ਹੈ ਕਿ ਹਾਲੇ ਵੇਟ ਕਰ ਲੇ ਬੱਚਾ? ਬਿਲਕੁਲ ਰਿੱਕੀ ਜੀ, ਦੇਖੋ ਇਹ ਨਾ ਐਡਵਾਂਸ ਕੈਨੇਡਾ ਦਾ ਬਹੁਤ ਰਸ਼ ਚੱਲਦਾ ਪਿਆ ਹੈਗਾ ਔਰ ਬੜੀ ਟਾਪ ਡੈਸਟੀਨੇਸ਼ਨ ਹੈਗੀ ਹੈ ਔਰ ਡਿਮਾਂਡ ਦੇ ਵਿੱਚ ਇਹ ਕਿ ਸਾਰੇ ਇੰਡੀਆ ਵਿੱਚੋਂ, ਖਾਸ ਤੌਰ ਤੇ ਪੰਜਾਬ ਔਰ ਗੁਜਰਾਤ ਦੇ ਵਿੱਚੋਂ ਲੋਕ ਜਿਹੜਾ ਹੈ ਪੰਜਾਬ ਤੋਂ ਔਰ ਹੋਰ ਹਰਿਆਣਾ ਤੋਂ ਵੀ ਈਵਨ ਕਿ ਇਹ ਜਿਹੜੇ ਹੈ ਕੈਨੇਡਾ ਨੂੰ ਪਹਿਲੇ ਨੰਬਰ ਤੇ ਮਾਨਤਾ ਦਿੰਦੇ ਨੇ ਔਰ ਚੂਜ਼ ਕਰਦੇ ਨੇ। ਸੋ ਇੰਨੇ ਰਸ਼ ਦੀ ਵਜ੍ਹਾ ਨਾਲ ਅੱਜ ਜਨਵਰੀ ਇਨਟੇਕ ਦੇ 80% ਪ੍ਰੋਗਰਾਮ ਜਿਹੜੇ ਨੇ ਫੁੱਲ ਹੋ ਚੁੱਕੇ ਨੇ। ਕਿਤੇ ਕਿਤੇ ਕੋਈ ਪ੍ਰੋਗਰਾਮ ਹੈਗਾ, ਸੈਨਿਕਾ ਕਾਲਜ ਫੁੱਲ ਹੈਗਾ, ਲੈਂਪਟਨ ਕਾਲਜ ਫੁੱਲ ਹੈਗਾ
ਹੋਰ ਬੜੇ ਸਾਰੇ ਪ੍ਰੋਗਰਾਮ ਜਿਹੜੇ ਨੇ ਕਿ ਕੈਨਾਡੋਰ ਕਾਲਜ ਰੀਸੈਂਟਲੀ ਓਪਨ ਹੋਇਆ, 15 ਮਿੰਟ ਦੇ ਵਿੱਚ ਉਸ ਦੇ ਸਾਰੇ ਪ੍ਰੋਗਰਾਮ ਭਰ ਗਏ ਸੀਗੇ ਜਦੋਂ ਆਨਲਾਈਨ ਓਪਨ ਹੋਇਆ। ਸੋ ਇਹ ਜਿਹੜੇ ਨੇ ਇਹ ਬਹੁਤ ਜ਼ਿਆਦਾਤਰ ਕਾਲਜਿਸ ਫੁੱਲ ਹੋ ਚੁੱਕੇ ਨੇ। ਕਿਤੇ ਕਿਤੇ ਕਿਸੇ ਕਾਲਜ 'ਚ ਕੁਝ ਸੀਟਾਂ ਹੋਣਗੀਆਂ ਤੇ ਉਹ ਤੁਸੀਂ ਸਾਡੇ ਆਫਿਸ 'ਚ ਜਾ ਕੇ ਡਿਸਕਸ ਕਰ ਸਕਦੇ ਹੋ, ਲੇਕਿਨ ਜਲਦੀ ਕਰਨੀ ਪਏਗੀ। ਲਾਸਟ ਟਾਈਮ ਚੱਲਦਾ ਪਿਆ ਜਨਵਰੀ ਦਾ, ਜਨਵਰੀ ਇਨਟੇਕ, ਜਨਵਰੀ 23 ਇਨਟੇਕ ਦੇ ਵਾਸਤੇ। ਮਈ ਇਨਟੇਕ ਵਾਸਤੇ ਵੀ ਐਡਮਿਸ਼ਨ ਜਿਹੜੀਆਂ ਆਲਰੇਡੀ KPU ਕੁਆਂਟੀਨੈਂਟਲ ਪੋਲੀਟੈਕਨਿਕ ਯੂਨੀਵਰਸਿਟੀ ਹੈਗੀ ਹੈ ਜਾਂ ਲੈਂਪਟਨ ਕਾਲਜ ਹੈਗਾ ਜਾਂ ਹੋਰ ਬੜੇ ਸਾਰੇ ਕਾਲਜਿਸ ਨੇ ਜਿਹੜੇ ਮਈ ਇਨਟੇਕ ਦੀਆਂ ਐਡਮਿਸ਼ਨਸ ਜਿਹੜੀਆਂ ਨੇ ਉਹਨਾਂ ਨੇ ਆਲਰੇਡੀ ਸ਼ੁਰੂ ਕਰ ਦਿੱਤੀਆਂ ਹੈਗੀਆਂ ਨੇ। ਜੀ ਬਿਲਕੁਲ ਸਰ, ਇੱਕ ਮੈਂ ਥੋੜ੍ਹਾ ਜਿਹਾ ਮੈਸੇਜ ਜਾਂਦੇ ਜਾਂਦੇ ਲੈਣਾ ਚਾਹਾਂਗਾ ਕਿਉਂਕਿ ਟਾਈਮ ਜਿਹੜਾ ਜਿਹਾ ਉਹ ਘੱਟ ਹੁੰਦਾ ਹੈ, ਜਿਹਦੇ ਵਿੱਚ ਆਪਾਂ ਸਾਰੀ ਆਪਣੀ ਗੱਲਬਾਤ ਕੰਪਲੀਟ ਕਰਨੀ ਹੁੰਦੀ ਹੈ। ਮੈਨੂੰ ਇਹ ਗੱਲ ਬੇਸਿਕਲੀ ਸਟੂਡੈਂਟ ਦਾ ਇਹ ਕੁਐਸਚਨ ਹੁੰਦਾ ਹੈ ਕਿ ਜਿਹੜਾ TR to PR ਦਾ ਪ੍ਰੋਸੈਸ ਹੈ ਇਹ ਬੱਚੇ ਨੂੰ ਸਮਝਣਾ ਬੜਾ ਔਖਾ ਹੁੰਦਾ ਹੈ। ਥੋੜ੍ਹਾ ਜਿਹਾ ਤੁਸੀਂ ਡਿਟੇਲ ਦੇ ਵੀ ਦੱਸੋ ਕਿ TR to PR ਬੱਚਾ ਜਦੋਂ TR to PR ਹੋਣਾ ਹੁੰਦਾ ਬੱਚੇ ਨੇ ਕਿਹਨਾਂ ਜਿਹੜੀ ਪ੍ਰੋਬਲਮ ਦਾ ਸਾਹਮਣਾ ਬੱਚੇ ਨੂੰ ਕਰਨਾ ਪੈਂਦਾ, ਕਿਹਨਾਂ ਗੱਲਾਂ ਦਾ ਧਿਆਨ ਰੱਖੇ ਬੱਚਾ? ਦੇਖੋ ਇਹ ਜਿਸ ਤਰ੍ਹਾਂ ਕਿ ਰੀਸੈਂਟਲੀ ਪਹਿਲਾਂ ਇਹਨਾਂ ਦੀ ਪਬਲਿਕ ਪਾਲਿਸੀ ਕੈਨੇਡਾ ਐਮਬੈਸੀ ਨੇ ਕੱਢੀ ਸੀ ਕਿ TR to PR ਟੈਂਪਰੇਰੀ TR ਮਤਲਬ ਟੈਂਪਰੇਰੀ ਰੈਜ਼ੀਡੈਂਸ, PR ਮਤਲਬ ਪਰਮਾਨੈਂਟ ਰੈਜ਼ੀਡੈਂਸ। ਟੈਂਪਰੇਰੀ ਰੈਜ਼ੀਡੈਂਸ ਤੇ ਹੈਗਾ ਮਤਲਬ ਕਿ ਸਟੂਡੈਂਟ ਨੇ ਹਲੇ ਸਟੱਡੀ ਕੰਪਲੀਟ ਕੀਤੀ, ਪੋਸਟ ਗ੍ਰੈਜੂਏਟ ਵਰਕ ਪਰਮਿਟ ਆ ਗਿਆ ਉਹਦਾ ਔਰ ਉਸਨੇ ਐਕਸਪੀਰੀਅੰਸ ਕੰਮ ਸ਼ੁਰੂ ਕਰ ਦਿੱਤਾ ਤੇ PR ਨੈਚੁਰਲੀ ਲੈਣੀ ਹੈਗੀ ਆ। ਉਹਨਾਂ ਦੇ ਵਾਸਤੇ ਇਹ ਆਈ ਸੀਗੀ ਕਿ ਇੱਕ ਤਾਂ ਜਿਨ੍ਹਾਂ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਆ ਚੁੱਕਿਆ ਔਰ ਕੰਮ ਤੇ ਹੈਗੇ ਸੀਗੇ, ਵਰਕ ਕਰਦੇ ਪਏ ਸੀਗੇ, ਉਹਨਾਂ ਨੂੰ ਇਹ ਪਾਲਿਸੀ ਜਿਹੜੀ ਹੈ ਐਪਲੀਕੇਬਲ ਸੀਗੀ, ਉਹ ਅਪਲਾਈ ਕਰ ਸਕਦੇ ਸੀਗੇ PR ਦੇ ਵਿੱਚ ਤੇ ਉਹ ਇਮੀਡੀਏਟਲੀ ਉਹਨਾਂ ਨੇ ਅਪਲਾਈ ਕੀਤਾ। ਲੇਕਿਨ ਆਈਲੈਟਸ ਜਿਹੜਾ ਹੈਗਾ ਉਹ ਕੀਤਾ ਹੋਣਾ ਚਾਹੀਦਾ ਸੀਗਾ। ਸੋ ਉਦੋਂ ਇੰਨਾ ਰਸ਼ ਪੈ ਗਿਆ ਸਟੂਡੈਂਟਸ ਦਾ ਕਿ ਆਈਲੈਟਸ ਦੀਆਂ ਡੇਟਾਂ ਨਹੀਂ ਮਿਲਦੀਆਂ ਪਈ ਸੀ, 4-4 ਮਹੀਨੇ ਬਾਅਦ ਦੀਆਂ ਕੈਨੇਡਾ ਦੇ ਵਿੱਚ ਡੇਟਾ ਮਿਲਦੀਆਂ ਪਈਆਂ ਸੀਗੀਆਂ। ਸੋ ਇਹ ਇਸੇ ਤਰੀਕੇ ਨਾਲ ਹੁਣ ਜਿਹੜੀ ਹੈ TR to PR ਜਿਹੜੀ ਹੈਗੀ ਹੈ ਉਹ ਸਤੰਬਰ ਦੇ ਵਿੱਚ ਐਕਸਪੈਕਟਡ ਹੈਗੀ ਹੈ ਔਰ ਆਏਗੀ ਤਾਂ ਜ਼ਰੂਰ। ਔਰ ਸਟੂਡੈਂਟਸ ਜਿਹੜੇ ਤਿਆਰ ਰਹਿਣ, ਜਿਹੜੇ ਉੱਥੇ ਸਟੂਡੈਂਟਸ ਜਿਹੜੇ ਪੜ੍ਹਾਈ ਖਤਮ ਹੋਣ ਵਾਲੀ ਹੈਗੀ ਹੈ ਜਾਂ ਖਤਮ ਹੋ ਚੁੱਕੀ ਹੈਗੀ ਹੈ, ਉਹ ਆਪਣਾ ਆਈਲੈਟਸ ਜਨਰਲ ਜਿਹੜੀ ਉਹਨਾਂ ਵਾਸਤੇ ਸਲਾਹ ਆਈਲੈਟਸ ਜਨਰਲ ਜਿਹੜਾ ਹੈ ਉਹ ਦੇ ਕੇ ਰੱਖਣ ਔਰ ਆਪਣੀ ਤਿਆਰੀ ਰੱਖਣ ਔਰ ਬਾਕੀ ਡਾਕੂਮੈਂਟਸ ਵਗੈਰਾ ਪੂਰੇ ਤਿਆਰ ਰੱਖਣ। ਆਮ ਤੌਰ ਤੇ ਇਸ ਦੇ ਵਿੱਚ ਜਿਹੜਾ ਹੈ ਬਰਥ ਸਰਟੀਫਿਕੇਟ ਦੀ ਜ਼ਰੂਰਤ ਹੁੰਦੀ ਹੈ, ਉਹ ਵੀ ਤਿਆਰ ਰੱਖਣ ਔਰ ਸਾਰੇ ਡਾਕੂਮੈਂਟਸ ਆਪਣੇ ਤਿਆਰ ਰੱਖਣ। ਆਫ ਕੋਰਸ ਆਪਣਾ ਕੰਸਲਟੈਂਟ ਕੋਈ ਚੂਜ਼ ਕਰਨਗੇ, ਆਪਣੇ ਕੰਸਲਟੈਂਟ ਨੂੰ ਮਿਲ ਕੇ ਜਿਹੜੇ ਕੀ ਡਾਕੂਮੈਂਟ ਚਾਹੀਦੇ ਨੇ ਇਸ ਦੇ ਬਾਰੇ ਗੱਲਬਾਤ ਕਰਕੇ ਆਪਣੀ ਤਿਆਰੀ ਰੱਖਣ ਤਾਂ ਕਿ ਛੇਤੀ ਉਦੋਂ ਇੱਕ ਕਿਸਮ ਦਾ ਰਸ਼ ਹੋ ਜਾਂਦਾ ਜਲਦੀ ਔਰ ਭੀੜ ਹੋ ਜਾਂਦੀ ਹੈ ਔਰ ਇਹ ਸਾਰੀ ਚੀਜ਼ਾਂ ਦੀ ਫਿਰ ਦਿੱਕਤ ਆਉਂਦੀ ਹੈ। ਆਪਣੀ ਤਿਆਰੀ ਰੱਖਣ ਤਾਂ ਕਿ ਜਲਦੀ ਅਪਲਾਈ ਹੋ ਸਕੇ। ਜੀ ਬਿਲਕੁਲ, ਜਿਹੜੀ ਸੈਮੀਨਾਰਸ ਦੀਆਂ ਡੇਟਾਂ ਨੇ ਤੁਸੀਂ ਨੋਟ ਕਰ ਲਈਆਂ ਨੇ, ਸਕੂਲ ਦੇ ਵਿੱਚ ਚੱਲ ਰਹੀਆਂ ਨੇ। ਅੱਜ ਦੇ ਸ਼ੋਅ ਵਿੱਚ ਇੰਨਾ ਹੀ ਕਿਉਂਕਿ ਟਾਈਮ ਜਿਹੜਾ ਜਿਹਾ ਲਿਮਿਟਡ ਹੀ ਹੁੰਦਾ, ਆਪਾਂ ਸਾਰੀ ਗੱਲਬਾਤ ਵੀ ਕਰਨੀ ਹੁੰਦੀ ਹੈ। ਸਰ ਬਹੁਤ ਬਹੁਤ ਧੰਨਵਾਦ ਜੀ। ਸੈਮੀਨਾਰਸ ਦੇ ਵਿੱਚ ਬੈਨੀਫਿਟਸ ਨੇ ਬੜੇ ਸਾਰੇ। ਕੰਪਨੀ ਫੀਸ ਨਹੀਂ ਦਿੱਤੀ ਜਾਏਗੀ, ਕਾਲਜ ਦੀ ਐਪਲੀਕੇਸ਼ਨ ਫੀਸ ਵੀ ਸਿਲੈਕਟਡ ਸਟੂਡੈਂਟਸ ਕੋਲੋਂ ਨਹੀਂ ਲਵਾਂਗੇ, ਕੰਪਨੀ ਦੇਗੀ। ਸਕਾਲਰਸ਼ਿਪ ਵੀ ਹੋਣਗੇ ਔਰ ਰਿਫਿਊਜ਼ਡ ਕੇਸਿਸ ਖਾਸ ਤੌਰ ਤੇ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ। ਵੈਲਕਮ ਇੱਕ ਵਾਰੀ ਦੁਬਾਰਾ 6 ਨੂੰ ਜਲੰਧਰ, 7 ਨੂੰ ਬਰਨਾਲਾ, 8 ਨੂੰ ਬਠਿੰਡਾ, 10 ਨੂੰ ਚੰਡੀਗੜ੍ਹ ਅਰੋਮਾ ਹੋਟਲ ਦੇ ਵਿੱਚ ਸੈਮੀਨਾਰ। ਮੈਂ ਖੁਦ ਮਿਲਾਂਗਾ। ਵੈਲਕਮ ਜੀ। ਜੀ ਬਿਲਕੁਲ, ਕਿਉਂਕਿ ਤੁਸੀਂ ਜਦੋਂ ਵੀ ਆਉਣਾ ਹੈ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਡਾਕੂਮੈਂਟ ਜ਼ਰੂਰ ਲਿਆਉਣਾ ਨਾਲ ਔਰ ਕਿਸੇ ਨਾ ਕਿਸੇ ਫੈਮਿਲੀ ਮੈਂਬਰ ਨੂੰ ਨਾਲ ਲਿਆਉਣਾ, ਕਿਉਂਕਿ ਜਿਹੜਾ ਟਾਈਮ ਹੈ ਤੁਸੀਂ ਰਵੀ ਗਰਗ ਨੂੰ ਮਿਲਣਾ ਹੈ, ਇਹ ਟਾਈਮ ਜਿਹੜਾ ਜਿਹਾ ਤੁਸੀਂ ਇਹ ਮੰਨ ਕੇ ਚੱਲੋ ਕਿ ਫਿਊਚਰ ਬਣਾਉਣਾ ਤਾਂ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ। ਧੰਨਵਾਦ। My name is Sarveen Kaur. I've passed my senior secondary education in year 2021. I've got overall 7 band, not less than 6.5. Through one of my friends, I've got to know about this consultancy, Pioneer Immigration. I've met Ravi sir and he consulted me about this particular course, which is hospitality, hotel and restaurant management in Seneca College. Now I've got my visa and I'm very thankful to Ravi sir and all the staff. Thank you. This is my stamp visa. Hello everyone, my name is Anamika. I completed my 12th in 2021 and scored 7 band in IELTS. Recently, I got my visa for Canada for Humber College. I am very thankful to Ravi sir and all Pioneer Immigration team. I recommend to visit and apply your visa from Pioneer Immigration as they provide very good service. Thank you. Hello, my name is Hamdeep Kaur and I am from Firozpur. Actually, I applied my study visa from Pioneer Immigration and I got my visa in 3 months. And here's my stamped passport and I got it in 15 days. All the staff members are very polite and they are very cooperative. Thank you to Mr. Ravi Garg and for the best service. I must say that all of you that visit here and get the beautiful result from here. Thank you so much.
ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 9914400369।